Morning students, once again welcome to my YouTube channel. Today I am continuing with the chapter the portrait of a lady part second. In this session I will giving all the important notes and question answers related to this chapter giving in the end of this session, and also share this session and subscribe my channel. Just do it for a bright future, for future updation regarding to the English and commerce and economics notes. I will start from this session. We are continuing from to the ninth question. 8 question answers are discussing in the first part of this session, and also we explain the full chapter and translate into the Punjabi. Now I will start from this textual ਜਿਹੜੇ short question answer ਨੇ. Ninth question, how did the author go to the school in the city? ਕਹਿੰਦੇ ਵੀ ਜਿਹੜਾ author ਸੀਗਾ ਉਹ ਸਕੂਲ ਦੇ ਵਿੱਚ ਜਿਹੜਾ ਉਹਦਾ ਬਣਿਆ ਹੋਇਆ ਸੀ ਸਿਟੀ ਦੇ ਵਿੱਚ ਜਿਹੜਾ ਸਕੂਲ ਸੀਗਾ ਉਹਦੇ ਵਿੱਚ ਉਹ ਕਿੱਦਾਂ ਜਾਂਦਾ ਹੁੰਦਾ ਸੀ. In the village the author used to go the school on the foot with his grandmother. ਵੀ ਜਿਹੜਾ author ਸੀਗਾ ਉਹ ਸਕੂਲ ਜਿਹੜਾ ਪਿੰਡ ਦੇ ਸਕੂਲ ਦੇ ਵਿੱਚ ਜਾਂਦਾ ਹੁੰਦਾ ਸੀ ਤਾਂ ਉਹ ਆਪਣੇ ਪੈਰਾਂ ਤੇ ਆਪਣੀ ਦਾਦੀ ਮਾਂ ਦੇ ਨਾਲ ਜਾਂਦਾ ਹੁੰਦਾ ਸੀਗਾ. Their school was situated not far from to their grandmother's house. ਵੀ ਉਹ ਜਿਹੜਾ ਉਹਨਾਂ ਦੀ ਦਾਦੀ ਦੇ ਘਰ ਤੋਂ ਜ਼ਿਆਦਾ ਦੂਰ ਨਹੀਂ ਸੀ ਉਹਨਾਂ ਸਕੂਲ. But in the city the school was very far from to the author's house. ਪਰ ਜਿਹੜਾ ਸਿਟੀ ਦਾ ਸਕੂਲ ਸੀਗਾ ਉਹ author ਦੇ ਘਰ ਤੋਂ ਕਾਫੀ ਦੂਰ ਸੀਗਾ. So he would go to the school in the motor bus in the city. ਕਹਿੰਦੇ ਵੀ ਉਹ ਇਸ ਕਰਕੇ ਜਿਹੜਾ ਸਕੂਲ ਜਾਂਦਾ ਸੀ ਉਹ ਮੋਟਰ ਬੱਸ ਦੇ ਵਿੱਚ ਜਾਂਦਾ ਸੀ ਜਿਹੜਾ ਕਿ ਸਿਟੀ ਦੇ ਵਿੱਚ ਉਹਨਾਂ ਨੂੰ ਲੈਣ ਆਉਂਦੀ ਸੀ. 10th question, why their grandmother unhappy about to the school's education in the city. ਵੀ ਜਿਹੜੀ ਦਾਦੀ ਮਾਂ ਸੀਗੀ ਉਹ ਕਿਸ ਚੀਜ਼ ਤੋਂ ਨਾਖੁਸ਼ ਸੀਗੀ ਸਕੂਲ ਦੀ ਜਿਹੜੀ ਐਜੂਕੇਸ਼ਨ ਮਿਲ ਰਹੀ ਸੀ ਸ਼ਹਿਰਾਂ ਦੇ ਵਿੱਚ. In the city schools the children were taught lessons in the science and music only. ਵੀ ਜਿਹੜਾ ਸਕੂਲ ਦਾ ਜਿਹੜਾ ਸਿਟੀ ਦਾ ਜਾਣੀ ਕਿ ਸ਼ਹਿਰ ਦਾ ਸਕੂਲ ਸੀਗਾ ਉੱਥੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਸਿਰਫ ਸਾਇੰਸ ਦੇ ਪਾਠ ਪੜ੍ਹਾਏ ਜਾਂਦੇ ਸੀ ਅਤੇ ਮਿਊਜ਼ਿਕ ਦੇ ਪਾਠ ਪੜ੍ਹਾਏ ਜਾਂਦੇ ਸੀ. ਦੇ ਵਰ ਨਾਟ ਗਿਵਿੰਗ ਐਨੀ ਰਿਲੀਜੀਅਸ ਐਜੂਕੇਸ਼ਨ. ਅਤੇ ਉਹ ਕੋਈ ਵੀ ਧਾਰਮਿਕ ਜਿਹੜੀ ਸਿੱਖਿਆ ਸੀਗੀ ਉਹ ਪ੍ਰਦਾਨ ਨਹੀਂ ਕਰਦੇ ਸੀ. ਦੇ ਵਰ ਨਾਟ ਟੂ ਬੀ ਟੌਟ ਐਨੀ ਹੋਲੀ ਬੁੱਕਸ ਔਰ ਪ੍ਰੇਅਰਸ. ਕਹਿੰਦੇ ਉਹ ਕਦੇ ਵੀ ਕਿਸੇ ਨੂੰ ਪਵਿੱਤਰ ਜਿਹੜੀਆਂ ਕਵਿਤਾਵਾਂ ਪਵਿੱਤਰ ਕਿਤਾਬ ਸੀਗੇ ਅਤੇ ਪ੍ਰਾਰਥਨਾਵਾਂ ਸੀਗਾ ਉਹ ਕਦੇ ਵੀ ਨਹੀਂ ਪੜ੍ਹਾਈਆਂ ਜਾਂਦੀਆਂ ਸੀਗੀਆਂ. This was the reason that their grandmother was unhappy about the school education in the city. ਕਹਿੰਦੇ ਇਹੀ ਕਾਰਨ ਸੀਗਾ ਜਿਹਦੇ ਕਰਕੇ ਜਿਹੜੀ ਦਾਦੀ ਮਾਂ ਸੀਗਾ ਉਹ ਨਾਖੁਸ਼ ਸੀਗੇ ਜਿਹੜੀ ਐਜੂਕੇਸ਼ਨ ਉਹਨਾਂ ਨੂੰ ਮਿਲ ਰਹੀ ਸੀ ਸ਼ਹਿਰ ਦੇ ਵਿੱਚ. ਨੈਕਸਟ ਹੈਗਾ 11th, why did she feel disturbed when the author announced that they were being given music lesson at school. ਕਹਿੰਦੇ ਕਦੋਂ ਜਿਹੜੇ ਆਥਰ ਦੀ ਦਾਦੀ ਮਾਂ ਸੀਗੀ ਉਹ ਕਾਫੀ ਨਾਖੁਸ਼ ਹੋਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਆਥਰ ਨੇ ਵੀ ਮਿਊਜ਼ਿਕ ਲੈਸਨ ਜਿਹੜਾ ਉਹਦੇ ਸਕੂਲ ਦੇ ਵਿੱਚ ਪੜ੍ਹਾਇਆ ਜਾਂਦਾ ਵਾ. ਅਕੋਰਡਿੰਗ ਟੂ ਦੀ ਗ੍ਰੈਂਡ ਮਦਰ ਦੀ ਮਿਊਜ਼ਿਕ ਵਾਸ ਟੂ ਦੀ ਲੇਡ ਐਸੋਸੀਏਸ਼ਨ. ਵੀ ਜਿਹੜੇ ਦਾਦੀ ਮਾਂ ਦੇ ਅਨੁਸਾਰ ਜਿਹੜੇ ਸੰਗੀਤ ਸੀਗਾ ਉਹ ਘਟੀਆ ਕਿਸਮ ਦੇ ਲੋਕ ਜਿਹੜੇ ਸੀ ਜਾਣੀ ਕਿ ਕਾਮ ਵਾਸ਼ਨਾ ਦੇ ਲਈ ਹੀ ਇਹ ਚੀਜ਼ਾਂ ਲਈ ਵਰਤਦੇ ਸੀਗੇ. ਸ਼ੀ ਕੰਸੀਡਰ ਇਟ ਟੂ ਦੀ ਮੋਨੋਪਲੀ ਆਫ ਟੂ ਦੀ ਹੈਰੀਨੋਟਸ ਐਂਡ ਬੈਗਰਸ. ਕਹਿੰਦੇ ਉਹ ਹੀ ਸੋਚਦੇ ਸੀ ਵੀ ਜਿਹੜਾ ਸੰਗੀਤ ਆ ਉਹਦੇ ਉੱਤੇ ਸਿਰਫ ਮੋਨੋਪਲੀ ਕਿਹਨਾਂ ਦੀ ਆ ਜਾਂ ਇੱਕ ਅਧਿਕਾਰ ਕਿਹਨਾਂ ਦਾ ਵਾ ਜਿਹੜੇ ਕੋਠਿਆਂ ਦੇ ਉੱਤੇ ਨੱਚਦੇ ਆ ਜਾਂ ਭਿਖਾਰੀਆਂ ਦਾ ਹੀ ਉਹਨਾਂ ਉੱਤੇ ਅਧਿਕਾਰ ਆ. ਸ਼ੀ ਬਲੀਵਡ ਦੈਟ ਦੀ ਮਿਊਜ਼ਿਕ ਵਾਸ ਨਾਟ ਮੈਂਟ ਫॉर ਜੈਂਟਲ ਫੋਕ. ਕਹਿੰਦੇ ਉਹ ਸੋਚਦੇ ਸੀ ਵੀ ਜਿਹੜਾ ਮਿਊਜ਼ਿਕ ਸੀਗਾ ਉਹ ਕਿਸੇ ਇੱਕ ਚੰਗੇ ਇਨਸਾਨ ਜਾਂ ਆਦਰਸ਼ ਇਨਸਾਨ ਦੇ ਲਈ ਨਹੀਂ ਬਣਿਆ ਸੀ. This was the reason that she felt disturbed when the author announced that they were being given the music lesson at school. ਕਹਿੰਦੇ ਇਸ ਕਰਕੇ ਜਿਹੜੇ ਦਾਦੀ ਮਾਂ ਸੀਗੇ ਉਹ ਜ਼ਿਆਦਾ ਪਰੇਸ਼ਾਨ ਹੋ ਗਏ ਜਦੋਂ ਉਹਨਾਂ ਦੇ ਜਿਹੜਾ ਲੇਖਕ ਸੀਗਾ ਜਾਂ ਆਥਰ ਸੀਗਾ ਉਹਨੇ ਦੱਸਿਆ ਵੀ ਉਹਨੂੰ ਸਕੂਲ ਦੇ ਵਿੱਚ ਸੰਗੀਤ ਦੇ ਲੈਸਨ ਪੜ੍ਹਾਏ ਜਾਂਦੇ ਨੇ. 12th question, when the common link of the friendship between the author and grandmother broken. ਕਹਿੰਦੇ ਕਦੋਂ ਜਿਹੜਾ ਉਹਨਾਂ ਦੇ ਵਿੱਚ ਬਣਿਆ ਹੋਇਆ ਲਿੰਕ ਸੀਗਾ ਦੋਸਤੀ ਦਾ ਉਹ ਕਦੋਂ ਟੁੱਟਿਆ grandmother ਤੇ author ਦਾ. The common link of the friendship between the author and his grandmother was broken when the author went to the university. ਕਹਿੰਦੇ ਵੀ ਜਦੋਂ ਉਹਨਾਂ ਦੇ ਵਿੱਚ ਕਾਮਨ author ਦੇ ਵਿੱਚ ਕਾਮਨ ਜਿਹੜਾ ਫਰੈਂਡਸ਼ਿਪ ਦਾ ਇੱਕ ਰਿਲੇਸ਼ਨਸ਼ਿਪ ਬਣਿਆ ਹੋਇਆ ਸੀ ਉਹ ਉਦੋਂ ਟੁੱਟ ਗਿਆ ਜਦੋਂ ਜਿਹੜਾ ਲੇਖਕ ਸੀਗਾ ਉਹ ਪੜ੍ਹਾਈ ਕਰਨ ਦੇ ਲਈ ਯੂਨੀਵਰਸਿਟੀ ਚਲਾ ਗਿਆ. He was given a room of his own. ਕਹਿੰਦੇ ਉਹਨੂੰ ਆਪਣਾ ਇੱਕ ਰੂਮ ਦੇ ਦਿੱਤਾ ਗਿਆ ਜਿੱਥੇ ਉਹ ਪੜ੍ਹਦਾ ਸੀ. grandmother accepted her to the seculations calmly. Now she would be spent most of her time into this cleaning wheels. ਕਹਿੰਦੇ ਵੀ ਜਿਹੜੀ ਦਾਦੀ ਮਾਂ ਸੀਗੀ ਉਹਨਾਂ ਨੇ ਇਸ ਚੀਜ਼ ਨੂੰ ਬੜੇ ਸ਼ਾਂਤੀਮਈ ਢੰਗ ਦੇ ਨਾਲ ਇਕੱਲੇਪਣ ਨੂੰ ਆਪਣਾ ਸਵੀਕਾਰ ਕਰ ਲਿਆ ਅਤੇ ਹੁਣ ਉਹ ਜ਼ਿਆਦਾ ਸਮਾਂ ਜਿਹੜਾ ਸੀਗਾ ਉਹ ਚਰਖੇ ਦੇ ਉੱਤੇ ਬਿਤਾਉਂਦੇ ਸੀਗੇ.
नेक्स्ट है 13th क्वेश्चन, वट डिड दी ग्रैंडमदर डू फॉर टू दी सनराइज टू सनसैट, ਵੀ ਜਿਹੜੀ ਦਾਦੀ ਮਾਂ ਸੀਗੇ ਸੂਰਜ ਚੜ੍ਹਨ ਤੇ ਛੁਪਣ ਤੱਕ ਕੀ ਕੰਮ ਕਰਦੇ ਹੁੰਦੇ ਸੀ। When the author joined to the university was given to the separate room for him, ਕਹਿੰਦੇ ਜਦੋਂ author ਨੇ ਕੀ ਹੈ ਯੂਨੀਵਰਸਿਟੀ ਨੂੰ ਜੁਆਇਨ ਕਰ ਲਿਆ ਸੀ ਤਾਂ ਉਹਨੂੰ ਇੱਕ ਸੈਪਰੇਟ ਰੂਮ ਵੱਖਰਾ ਰੂਮ ਮਿਲ ਗਿਆ ਸੀ। grandmother started spending most of her time on to the spinning wheels, ਵੀ ਉਹਨਾਂ ਨੇ ਚਰਖਾ ਕੱਤਣ ਦੇ ਵਿੱਚ ਆਪਣਾ ਜ਼ਿਆਦਾ ਸਮਾਂ ਬਿਤਾਉਣ ਲੱਗੇ। ਫਰੋਮ ਟੂ ਦੀ ਸਨਰਾਈਜ਼ ਟੂ ਸਨਸੈਟ, ਜਦੋਂ ਤੱਕ ਸੂਰਜ ਚੜ੍ਹਨਾ ਸੀ ਤੇ ਸੂਰਜ ਛਿਪਦਾ ਸੀ ਉਦੋਂ ਤੱਕ ਉਹ ਕੰਮ ਕਰਦੇ ਰਹਿੰਦੇ। ਸ਼ੀ ਵੁੱਡ ਬੀ ਸਿਟ ਬਾਈ ਟੂ ਹਰ ਟੂ ਦੀ ਵੀਲਸ, ਕਹਿੰਦੇ ਹਮੇਸ਼ਾ ਆਪਣੇ ਜਿਹੜੇ ਚਰਖਾ ਸੀਗਾ ਜਿੱਥੇ ਕੱਤਦੇ ਹੁੰਦੇ ਸੀ ਉਹਦੇ ਕੋਲ ਅਕੇਲੇਪਣ ਦੇ ਵਿੱਚ ਬੈਠੇ ਰਹਿੰਦੇ ਸੀ। ਦੇ ਸੀ ਵੀਲ ਐਂਡ ਸਪਿਨਿੰਗ ਐਂਡ ਰੈਕਟਿੰਗ ਪ੍ਰੇਅਰਸ, ਕਹਿੰਦੇ ਵੀ ਉਹ ਉੱਥੇ ਉਹ ਚਰਖਾ ਕੱਤਦੇ ਰਹਿੰਦੇ ਤੇ ਕੀ ਆ ਨਾਲ ਪ੍ਰਾਰਥਨਾ ਚੱਲਦੀ ਰਹਿੰਦੀ। ਸ਼ੀ ਵੁੱਡ ਬੀ ਰੇਅਰ ਲੀਵਸ ਹਰ ਟੂ ਦੀ ਸਪਿਨਿੰਗ ਵੀਲਸ ਟੂ ਟਾਕ ਟੂ ਐਨੀਵਨਸ, ਕਹਿੰਦੇ ਉਹਨਾਂ ਨੇ ਕਦੇ ਵੀ ਸ਼ਾਇਦ ਹੀ ਉਹ ਕਦੇ ਚਰਖੇ ਤੋਂ ਉੱਠੇ ਹੋਣ ਤੇ ਉਹਨਾਂ ਨੇ ਕਿਸੇ ਨਾਲ ਗੱਲ ਕੀਤੀ ਹੋਵੇਗੀ। 14th question, what took the place of the village dogs in the grandmother's life in the city, ਕਹਿੰਦੇ ਵੀ ਹੁਣ ਜਿਹੜੇ ਵਿਲੇਜ ਕੁੱਤੇ ਸੀਗੇ ਉਹ ਗ੍ਰੈਂਡਮਦਰ ਦੀ ਲਾਈਫ ਦੇ ਵਿੱਚ ਜਦੋਂ ਉਹ ਸ਼ਹਿਰ ਦੇ ਵਿੱਚ ਆ ਗਏ ਸੀ, ਸ਼ਹਿਰ ਦੀ ਲਾਈਫ ਦੇ ਵਿੱਚ ਉਹਨਾਂ ਨੇ ਕਿਸ ਤਰੀਕੇ ਦੇ ਜਿਹੜਾ ਪਲੇਸ ਜਿਹੜੀ ਸੀ ਜਗ੍ਹਾ ਮਿਲੀ ਹੋਈ ਸੀਗੀ ਵਿਲੇਜ ਕੁੱਤਿਆਂ ਦੀ। ਆਨਸਰ ਹੈ ਸਪੈਰੋ ਟੁੱਕ ਦੀ ਪਲੇਸ ਆਫ ਟੂ ਦੀ ਵਿਲੇਜ ਡੌਗਸ ਇਨ ਹਰ ਲਾਈਫ ਇਨ ਦੀ ਸਿਟੀ, ਵੀ ਜਦੋਂ ਹੁਣ ਉਹ ਸ਼ਹਿਰ ਦੇ ਵਿੱਚ ਆ ਗਏ ਸੀ ਤਾਂ ਜਿਹੜੇ ਵਿਲੇਜ ਦੇ ਕੁੱਤੇ ਦੀ ਜਗ੍ਹਾ ਸੀ ਉਹ ਹੁਣ ਚਿੜੀਆਂ ਨੇ ਲੈ ਲਈ ਸੀ। grandmother would be a daily feed to the sparrows with the bread cups, ਕਹਿੰਦੇ ਵੀ ਜਿਹੜੇ ਉਹ ਰੋਟੀ ਦੇ ਟੁਕੜੇ ਸੀਗੇ ਉਹਨਾਂ ਨੂੰ ਤੋੜ ਕੇ ਉਹਨਾਂ ਨੂੰ ਖਵਾਉਂਦੇ ਤੇ ਇਸ ਤਰੀਕੇ ਨਾਲ ਉਹ ਕੀ ਆ ਆਪਣਾ ਟਾਈਮ ਸਪੈਂਡ ਕਰਦੇ ਸੀ। ਸ਼ੀ ਵੁੱਡ ਬੀ ਫੀਡ them very loving, ਕਹਿੰਦੇ ਉਹ ਬੜੇ ਪਿਆਰ ਨਾਲ ਉਹਨਾਂ ਨੂੰ ਸਾਰਿਆਂ ਨੂੰ ਖਵਾਉਂਦੇ ਸੀ। hundreds of to the sparrows collected around her and she was never to the shooed them away, ਕਹਿੰਦੇ ਉਹ ਹਮੇਸ਼ਾ ਜਿਹੜੀਆਂ 100 ਸਪੈਰੋ ਸੀਗੀਆਂ ਉਹਨਾਂ ਕੋਲ ਆ ਕੇ ਆਲੇ ਦੁਆਲੇ ਜਿਹੜੀ ਰੋਟੀ ਸੀ ਉਹ ਖਾਂਦੇ ਸੀਗੇ ਤੇ ਉਹਨਾਂ ਨੇ ਕਦੇ ਵੀ ਉਹਨਾਂ ਨੂੰ ਭਜਾਇਆ ਨਹੀਂ ਸੀ ਜਾਂ ਉਹਨਾਂ ਨੂੰ ਕਦੇ ਵੀ ਉਹਨਾਂ ਨੂੰ ਪਰੇ ਨਹੀਂ ਧੱਕਿਆ ਸੀ। ਨੈਕਸਟ ਹੈ what could have been to the cause of to the grandmother's falling ill, ਕਹਿੰਦੇ ਕੀ ਕਾਰਨ ਸੀਗਾ ਜਿਹਦੇ ਕਾਰਨ ਜਿਹੜੀ ਗ੍ਰੈਂਡਮਦਰ ਸੀਗੀ ਉਹ ਬਿਮਾਰ ਹੋ ਗਏ। when the author came back from to the abroad she celebrated his homecoming in her own way, ਕਹਿੰਦੇ ਵੀ ਜਦੋਂ ਆਥਰ ਵਾਪਸ ਵਿਦੇਸ਼ ਤੋਂ ਵਾਪਸ ਘਰ ਆਇਆ ਤਾਂ ਉਹਨਾਂ ਨੇ ਉਸ ਦੇ ਆਉਣ ਦੀ ਖੁਸ਼ੀ ਦੇ ਵਿੱਚ ਆਪਣੇ ਹੀ ਤਰੀਕੇ ਨਾਲ ਉਹਨਾਂ ਨੇ ਖੁਸ਼ੀ ਮਨਾਈ। she collected the women of her neighborhood and got to the drum and started singing, ਕਹਿੰਦੇ ਫਿਰ ਉਹਨਾਂ ਨੇ ਆਪਣੇ ਜਿਹੜੇ ਆਲੇ ਦੁਆਲੇ ਦੀਆਂ ਔਰਤਾਂ ਸੀਗੀਆਂ ਉਹਨਾਂ ਨੂੰ ਬੁਲਾਇਆ ਗਵਾਂਢਣਾਂ ਨੂੰ ਤੇ ਉਹਨਾਂ ਦੇ ਨਾਲ ਡਰਮ ਕੁੱਟਣ ਲੱਗੇ ਤੇ ਗਾਣਾ ਗਾਉਣ ਲੱਗੇ। grandmother overstrained herself of to the thumping the drum and singing, that was why she fell ill. Next is 16th question, how did the sparrow shows on the last day when they had not come from to the bread, ਕਹਿੰਦੇ ਵੀ ਜਿਹੜੇ ਸਪੈਰੋ ਸੀਗੇ ਉਹਨਾਂ ਨੇ ਲਾਸਟ ਡੇ ਕੀ ਸ਼ੋਅ ਕੀਤਾ ਤੇ ਉਹ ਹੁਣ ਕੀ ਉਹ ਬ੍ਰੈਡ ਦੇ ਲਈ ਦੁਬਾਰਾ ਆਏ ਸੀ, ਉਹਨਾਂ ਕੋਲ ਗਏ ਕਿ ਨਹੀਂ ਗਏ। grandmother was lying dead in her room, the large number of to the sparrows came and sit all around her, the author's mother threw the breadcrumbs to them but the sparrow did not eat them, ਕਹਿੰਦੇ ਵੀ ਜਿਹੜੀ ਗ੍ਰੈਂਡਮਦਰ ਸੀ ਉਹ ਮਰ ਚੁੱਕੇ ਸੀ, ਉਹਨਾਂ ਨੂੰ ਰੂਮ ਦੇ ਵਿੱਚ ਥੱਲੇ ਲੰਬਾ ਪਾਇਆ ਹੋਇਆ ਸੀਗਾ ਤੇ ਲਾਰਜ ਨੰਬਰ ਆਫ ਜਿਹੜੀਆਂ ਬਹੁਤ ਸਾਰੀਆਂ ਜਿਹੜੇ ਸਪੈਰੋ ਸੀਗੀਆਂ ਉਹਨਾਂ ਦੇ ਆਲੇ ਦੁਆਲੇ ਆ ਕੇ ਬੈਠ ਗਈਆਂ ਤੇ ਗ੍ਰੈਂਡਮਦਰ ਜਿਹੜੇ ਮੇਰੇ ਆਥਰ ਦੀ ਮਦਰ ਸੀਗੇ ਉਹਨਾਂ ਨੇ ਵੀ ਰੋਟੀ ਉਵੇਂ ਤੋੜ ਕੇ ਸਿੱਟੀ ਜਿਵੇਂ ਦਾਦੀ ਸਿੱਟ ਦਿੰਦੇ ਸੀ, ਪਰ ਜਿਹੜੇ ਸਪੈਰੋ ਸੀ ਉਹਨਾਂ ਨੇ ਕਿਸੇ ਨੇ ਕੁਛ ਨਾ ਖਾਧੀ। when the dead body was carried off from to the cemeteries, the sparrows also flew away in the silence, it is clearly show that they did not come for the bread, ਕਹਿੰਦੇ ਵੀ ਜਿਹੜੇ ਜਦੋਂ ਫਿਰ ਉਹਨਾਂ ਦੇ ਅੰਤਿਮ ਸੰਸਕਾਰ ਲਈ ਦਾਦੀ ਜੀ ਦੇ ਬੋਡੀ ਨੂੰ ਲੈ ਕੇ ਜਾ ਰਹੇ ਸੀ ਤਾਂ ਜਿਹੜੀਆਂ ਸਪੈਰੋ ਸੀਗੀਆਂ ਉਹਨਾਂ ਨੇ ਬਿਨਾਂ ਸ਼ੋਰ ਕੀਤੇ ਉੱਥੋਂ ਉੱਡ ਗਈਆਂ। ਇਹ ਚੀਜ਼ ਇਹ ਸ਼ੋਅ ਕਰ ਰਹੀਆਂ ਸੀ ਵੀ ਉਹ ਰੋਟੀ ਦੇ ਲਈ ਉੱਥੇ ਨਹੀਂ ਆਈਆਂ ਸੀ, ਸਗੋਂ ਦਾਦੀ ਜੀ ਨੂੰ ਲਾਸਟ ਟਾਈਮ ਦੇਖਣ ਆਈਆਂ ਸੀ। ਹੁਣ ਸਾਡੇ ਜਿਹੜੇ ਸ਼ਾਰਟ ਕੁਐਸਚਨ ਆਨਸਰ ਨੇ ਉਹ ਖਤਮ ਹੋ ਚੁੱਕੇ ਨੇ, ਹੁਣ ਅਸੀਂ ਲੌਂਗ ਕੁਐਸਚਨ ਕਰਦੇ ਹਾਂ। ਇਸ ਸੈਸ਼ਨ ਦੇ ਵਿੱਚ ਅਸੀਂ ਜਸਟ ਇੱਕ ਹੀ ਲੌਂਗ ਕੁਐਸਚਨ ਦੇ ਬਾਰੇ ਡਿਸਕਸ ਕਰਾਂਗੇ। ਸਟਾਰਟ ਕਰਦੇ ਹਾਂ। ਫਸਟ, ਗ੍ਰੈਂਡਮਦਰਜ਼ ਹੈਡ ਆਲਵੇਜ਼ ਬੀਨ ਅ ਸ਼ਾਰਟ ਫੈਟ ਸਲਾਈਟਲੀ ਬੈਂਡ, ਇਜ਼ ਦਿਸ ਟਰੂ in the light of what is said in the first paragraph, ਕਹਿੰਦੇ ਵੀ ਜਿਹੜੇ ਦਾਦੀ ਜੀ ਸੀਗੇ ਉਹ ਛੋਟੇ ਤੇ ਕਾਫੀ ਥੋੜੇ ਮੋਟੇ ਤੇ ਕੀ ਸੀਗਾ ਉਹਨਾਂ ਦੇ ਥੋੜਾ ਜਿਹਾ ਕੁੱਬ ਪੈਂਦਾ ਸੀ, ਕਿ ਇਹ ਜਿਹੜੀ ਚੀਜ਼ ਆ ਉਹ ਸਹੀ ਕਹੀ ਹੈ ਪਹਿਲੇ ਪੈਰਾਗ੍ਰਾਫ ਦੇ ਵਿੱਚ ਤੁਸੀਂ ਦੱਸਣਾ ਵਾ। but the information in the first paragraph would be acute in the
ਸਪੋਰਟ ਆਫ ਯੂਰ ਆਨਸਰ ਵੀ ਜਿਹੜਾ ਤੁਸੀਂ ਪਹਿਲਾ ਗ੍ਰਾਫ ਦੇ ਵਿੱਚ ਜਿਹੜਾ ਵੀ ਤੁਸੀਂ ਇਨਫੋਰਮੇਸ਼ਨ ਨਾਲ ਰਿਲੇਟਡ ਲਈ ਆ ਉਹ ਤੁਸੀਂ ਆਪਣੇ ਆਨਸਰ ਦੇ ਨਾਲ ਸਪੋਰਟ ਕਰਨਾ ਵਾ। ਫਸਟ ਆਨਸਰ ਇਜ਼ ਇਨ ਦੀ ਚੈਪਟਰ ਦੀ ਪੋਰਟਰੇਟ ਆਫ ਅ ਲੇਡੀ ਦੀ ਆਥਰ ਖੁਸ਼ਵੰਤ ਸਿੰਘ ਡਿਸਕ੍ਰਾਈਬ ਦੀ ਫਿਜ਼ੀਕਲ ਪ੍ਰੈਜ਼ੈਂਸ ਆਫ ਟੂ ਦੀਆਂ ਗ੍ਰੈਂਡਮਦਰ। ਕਹਿੰਦੇ ਇਹ ਜਿਹੜਾ ਚੈਪਟਰ ਸੀਗਾ ਪੋਰਟਰੇਟ ਲੇਡੀ ਜਿਹੜਾ ਕਿ ਖੁਸ਼ਵੰਤ ਸਿੰਘ ਜੀ ਦੁਆਰਾ ਲਿਖਿਆ ਗਿਆ, ਉਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ, ਉਹਨਾਂ ਨੇ ਫਿਜ਼ੀਕਲ ਅਪੀਅਰੈਂਸ ਦੱਸੀ ਆਪਣੀ ਗ੍ਰੈਂਡਮਦਰ ਦੀ। ਹੀ ਸੇਜ਼ ਦੈਟ ਹਿਸ ਗ੍ਰੈਂਡਮਦਰ ਵਾਜ਼ ਟ੍ਰੈਵਲੀ ਓਲਡ। ਕਹਿੰਦੇ ਉਹਨਾਂ ਨੇ ਦੱਸਿਆ ਵੀ ਜਿਹੜੇ ਮੇਰੀ ਦਾਦੀ ਮਾਂ ਸੀਗੇ ਉਹ ਕਾਫੀ ਬੁੱਢੇ ਸੀ। ਹੀ ਸੇਜ਼ ਦੈਟ ਗ੍ਰੈਂਡਮਦਰ ਹੈਡ ਆਲਵੇਜ਼ ਬੀਨ ਸ਼ਾਰਟ ਫੈਟ ਐਂਡ ਸਲਾਈਟਲੀ ਬੈਂਡ। ਉਹਨਾਂ ਨੇ ਦੱਸਿਆ ਵੀ ਜਿਹੜੇ ਉਹਦੇ ਦਾਦੀ ਜੀ ਸੀ ਹਮੇਸ਼ਾ ਛੋਟੇ, ਥੋੜ੍ਹੇ ਜਿਹੇ ਮੋਟੇ ਤੇ ਕੀ ਸੀਗਾ ਉਹਨਾਂ ਦੇ ਕੁੱਪ ਪੈਂਦਾ ਸੀ। ਹੀ ਫਰਦਰਸ that the people said that she had been once young and pretty। ਕਹਿੰਦੇ ਕੁਝ ਕੁ ਬੰਦੇ ਕਹਿੰਦੇ ਸੀ ਵੀ ਜਿਹੜੇ ਉਹਨਾਂ ਦੀ ਦਾਦੀ ਮਾਂ ਸੀ ਪਹਿਲਿਆਂ ਦੇ ਵਿੱਚ ਕਾਫੀ ਜਵਾਨ ਸੀਗੇ ਤੇ ਕਾਫੀ ਸੁੰਦਰ ਸੀਗੇ। ਬਟ ਦੀ ਆਥਰ ਫਾਈਂਡ ਇਟ ਹਾਰਡ ਟੂ ਬਲੀਵ। ਕਹਿੰਦੇ ਪਰ ਇਹ ਆਥਰ ਦੇ ਲਈ ਬਹੁਤ ਔਖਾ ਸੀ ਇਸ ਚੀਜ਼ ਦੇ ਉੱਤੇ ਵਿਸ਼ਵਾਸ ਕਰਨਾ। ਹੀ ਸੇਜ਼ ਦੈਟ ਹੀ ਹੈਡ ਨੋਨ ਹਰ that 20 years she would always look in the same short and slightly bent। ਕਹਿੰਦੇ ਵੀ ਮੈਂ ਉਹਨਾਂ ਨੂੰ 20 ਸਾਲ ਤੋਂ ਜਾਣਦਾ ਹਾਂ, ਉਹ ਦੇਖਣ ਦੇ ਵਿੱਚ ਸੇਮ ਉਵੇਂ ਹੀ ਛੋਟੇ ਜਿਹੇ ਤੇ ਕੁੱਬ ਪਿਆ ਹੋਇਆ ਸੀ। ਬਟ ਇਟ ਇਜ਼ ਨਾਟ ਟਰੂਥ। ਉਹਨਾਂ ਨੂੰ ਇਹ ਨਹੀਂ ਲੱਗਦਾ ਸੀ ਵੀ ਇਹ ਕਦੀ ਸੱਚ ਹੋਏਗਾ। ਇਹ ਫਸਟ ਪੈਰਾਗ੍ਰਾਫ ਆਫ ਦੀ ਚੈਪਟਰ ਟੈਲ ਅਸ ਦੈਟ ਦੀ ਸ਼ੀ ਵਾਜ਼ ਵੰਸ ਯੰਗ ਐਂਡ ਪ੍ਰੀਟੀ। ਕਹਿੰਦੇ ਪਹਿਲਾ ਗ੍ਰਾਫ ਇਹ ਦੱਸ ਰਿਹਾ ਵਾ ਵੀ ਜਦੋਂ ਉਹ ਜਵਾਨ ਹੁੰਦੇ ਸੀ ਤੇ ਕਾਫੀ ਸੁੰਦਰ ਸੀ। ਇਨ ਦਿਸ ਪੈਸੇਜ ਵੀ ਕੇਮ ਟੂ ਦੀ ਨੋ ਦੈਟ ਦੀ ਗ੍ਰੈਂਡਮਦਰ ਆਫਨ ਟੋਲਡ ਦੀ ਆਥਰ ਅਬਾਊਟ ਦੀ ਗੇਮਸ ਸ਼ੀ ਯੂਜ਼ਡ ਟੂ ਪਲੇ ਇਨ ਹਰ ਚਾਈਲਡਹੁੱਡ। ਕਹਿੰਦੇ ਇਸ ਦੇ ਵਿੱਚ ਪੈਰਾਗ੍ਰਾਫ ਇਸ ਪੈਸੇਜ ਦੇ ਵਿੱਚ ਸਾਨੂੰ ਇਹ ਵੀ ਪਤਾ ਲੱਗਿਆ ਵੀ ਜਿਹੜੀ ਗ੍ਰੈਂਡਮਦਰ ਆ ਉਹਨਾਂ ਨੇ ਕਈ ਵਾਰ ਆਥਰ ਨੂੰ ਇਹ ਵੀ ਦੱਸਿਆ ਸੀ ਵੀ ਉਹ ਕਈ ਗੇਮਾਂ ਖੇਡਦੇ ਹੁੰਦੇ ਸੀ ਬਚਪਨ ਦੇ ਵਿੱਚ। ਦਿਸ ਸ਼ੋਜ਼ ਦੈਟ ਦੀ ਆਥਰਸ ਗ੍ਰੈਂਡਮਦਰ ਹੈਡ ਨਾਟ ਆਲਵੇਜ਼ ਬੀਨ ਸ਼ਾਰਟ ਫੈਟ ਐਂਡ ਸਲਾਈਟਲੀ ਬੈਂਡ। ਕਹਿੰਦੇ ਇਸ ਕਰਕੇ ਇਹ ਸਾਨੂੰ ਇਹ ਸ਼ੋਅ ਕਰਦਾ ਵੀ ਜਿਹੜੇ ਲੇਖਕ ਦੀ ਦਾਦੀ ਮਾਂ ਸੀਗੇ ਉਹ ਹਮੇਸ਼ਾ ਲਈ ਹੀ ਛੋਟੇ ਤੇ ਮੋਟੇ ਤੇ ਉਹਨਾਂ ਦੇ ਕੁੱਬ ਨਹੀਂ ਪੈਂਦਾ ਸੀ। ਇਹ ਸੀਗਾ ਸਾਡਾ ਪਹਿਲਾ ਕੁਐਸਚਨ ਆਨਸਰ। ਆਈ ਹੋਪ ਤੁਹਾਨੂੰ ਇਹ ਜਿਹੜਾ ਸੈਸ਼ਨ ਉਹ ਪਸੰਦ ਆਇਆ ਹੋਵੇਗਾ। ਜੇਕਰ ਸੈਸ਼ਨ ਪਸੰਦ ਆਇਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ ਐਂਡ ਪ੍ਰੈਸ ਬੈਲ ਆਈਕਨ ਟੂ ਰਿਲੇਟਡ ਟੂ ਦ ਨਿਊ ਅਪਡੇਸ਼ਨ ਰਿਗਾਰਡਿੰਗ ਮਾਈ ਨਿਊ ਵੀਡੀਓਜ਼। And thanks a lot watching for my session and always continues with my session. Thanks a lot watching for my session.